मैं सर ये कहना चाहना, ये पूछना चाहना अज तुहाडे जरिए ओपोजिशन नूं सारे नूं और पूरे पंजाब नूं कि की सर यह जो अज लॉ एंड ऑर्डर की मेरे सत्कारयोग वीर गल करते हैं कि यह 3 महीनों के भगवंत मान जी की सरकार की देन है। ਅਸੀਂ ਅੱਜ 18 ਰਹਿ ਗਏ, ਸਾਡੀਆਂ ਗਲਤੀਆਂ ਸਨ ਬੜੀਆਂ ਹੋਣੀਆਂ, ਲੇਕਿਨ ਲਾਅ ਐਂਡ ਆਰਡਰ ਤੇ ਅਸੀਂ ਤਕੜੇ ਹੋ ਕੇ ਭਾਵੇਂ 5 ਸਾਲ ਦੀ ਮਗਰਲੀ ਸਰਕਾਰ ਸੀ, ਇਸ ਤਰ੍ਹਾਂ ਦੇ ਦਿਨ ਨਹੀਂ ਵੇਖਣੇ ਪਏ ਜਿੱਥੇ ਮੁੱਖ ਮੰਤਰੀ ਸਾਹਿਬ ਨੂੰ, ਉਪ ਮੁੱਖ ਮੰਤਰੀ ਨੂੰ, ਐਮਪੀ ਮੈਂਬਰ ਆਫ ਪਾਰਲੀਮੈਂਟ ਨੇ ਪਰਚਾ ਦਰਜ ਕਰਾਇਆ। ਸਰ ਇਹ ਉਹ ਕੰਡੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿਜੇ ਹੋਏ ਨੇ, ਅਸੀਂ ਤਾਂ ਸਿਰਫ ਔਰ ਸਿਰਫ ਉਹਨਾਂ ਨੂੰ ਚੁਗਣ ਲੱਗੇ ਹੋਏ ਆ। ਤੁਸੀਂ ਉਸ ਦਿਨ ਵੀ ਕਿਹਾ ਕਿ ਗੈਂਗਸਟਰ ਕਾਂਗਰਸ ਦੀ ਦੇਣ ਹੈ, ਕਾਂਗਰਸ ਦੀ ਦੇਣ ਹੈ। ਹੁਣ ਤੁਸੀਂ ਆਪਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਤੁਸੀਂ ਕਹੋ ਕਿ ਜੇ ਕਾਂਗਰਸ ਦੀ ਦੇਣ ਹੈ, ਮਾਰੇ ਪਏ ਸਾਰੇ ਦੇ ਸਾਰੇ, ਇੱਕ ਵੀ ਕਤਲ ਨਹੀਂ ਹੋਣ ਦਿਆਂਗੇ। ਇਹ ਛੋਟੇ ਵੀਰ ਮੂਸੇਵਾਲੇ ਦਾ ਕਤਲ ਹੋਇਆ ਇਹ ਜਿਹਾ ਕਿਸੇ ਮਾਂ ਪਿਓ ਦੇ ਬੱਚੇ ਨਾਲ ਨਾ ਹੋਵੇ, ਪਰ ਸਰ ਮੈਂ ਇਹਦੇ ਬੈਕਗ੍ਰਾਉਂਡ ਦੇ ਵਿੱਚ ਜਾਣਾ ਚਾਹੁੰਦਾ ਕਿ ਇਹ ਹਾਲਾਤ ਪੰਜਾਬ ਦੇ ਵਿੱਚ ਬਣੇ ਕਿਉਂ। ਸੋ ਇਹ ਸਰਾਸਰ ਸਿੱਧੂ ਮੂਸੇਵਾਲੇ ਦਾ ਕਤਲ ਬਚ ਸਕਦਾ ਸੀ ਅਗਰ ਸਰਕਾਰ ਚਾਹੁੰਦੀ। ਜਿਹੜੇ ਚਰਚਿਤ ਮਰਡਰ ਦੀ ਇਹ ਗੱਲ ਕਰ ਰਹੇ ਨੇ, ਸਾਡੀ ਸਰਕਾਰ ਨੇ ਉਹਨੂੰ 10 ਸਿਕਿਉਰਿਟੀ ਗਾਰਡਸ ਦਿੱਤੇ ਗਏ ਸੀ। ਉਸ ਬੰਦੇ ਨੂੰ ਆਈਬੀ ਤੋਂ 1 ਸਾਲ ਪਹਿਲਾਂ ਇੱਥੇ ਇਨਫੋਰਮੇਸ਼ਨ ਆਈ ਕਿ ਉਸ ਬੰਦੇ ਨੂੰ ਹਾਈਐਸਟ ਥ੍ਰੈਟ ਹੈਗਾ। ਤੁਸੀਂ ਉਹ 10 ਚੋਂ 6 ਉਡਾਤੇ, 4 ਰੱਖੇ, 4 ਚੋਂ ਬਿਨਾਂ ਦੇਖੇ ਤੁਸੀਂ 2 ਉਡਾਤੇ, ਔਰ ਉਡਾ ਕੇ ਜਿਹੜਾ ਕਿ ਸੀਕ੍ਰੇਟ ਡਾਕੂਮੈਂਟ ਹੈ ਤੁਸੀਂ ਆਪਦੀ ਫੇਸਬੁੱਕ ਤੇ ਪਾਤਾ ਕਿ ਅੱਜ ਅਸੀਂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਹੈ, ਔਰ ਸ਼ਾਮ ਨੂੰ ਮੂਸੇਵਾਲਾ ਸਾਹਿਬ ਦਾ ਕਤਲ ਹੋ ਜਾਂਦਾ ਹੈ। ਮੁਹਾਲੀ ਇੰਟੈਲੀਜੈਂਸ ਹੈੱਡਕੁਆਰਟਰਸ ਤੇ ਅਟੈਕ ਹੋਇਆ ਆਰਪੀਜੀ ਦੇ ਨਾਲ। ਸਰ ਆਰਪੀਜੀ ਰॉकेट लॉन्चर है और सिद्धू मूसेवाला ਦਾ ਕਤਲ ਜੋ ਹੈ ਉਹ ਜੋ ਰਿਪੋਰਟਾਂ ਮੈਂ ਪੜ੍ਹੀਆਂ ਪੇਪਰ ਦੇ ਵਿੱਚ, ਉਹ ਕਹਿੰਦੇ AN-94 ਦੇ ਨਾਲ ਹੈ, ਜਿਹੜੀ ਕਿ ਰਸ਼ੀਅਨ ਅਸੌਲਟ ਰਾਈਫਲ ਹੈ, ਜਿਹੜੀ ਕਿ ਸਿਰਫ ਰਸ਼ੀਆ ਦੀ ਆਰਮੀ ਕੋਲੇ ਹੈ। ਸਰ ਮੈਂ ਪੁੱਛਣਾ ਚਾਹੁੰਦਾ ਕਿ ਔਰ ਸਰ ਆਰਪੀਜੀ ਰॉकेट लॉन्चर ਔਰ AN-94 ਨਾ ਸਰ ਅੱਤਵਾਦ ਦੇ ਪੀਕ ਦੇ ਦਿਨਾਂ ਦੇ ਵਿੱਚ ਵੀ ਅੱਤਵਾਦੀਆਂ ਕੋਲ ਨਹੀਂ ਸੀਗੇ। ਸਰ ਇਹ ਅੱਜ ਇਹਨਾਂ ਗੈਂਗਸਟਰਸ ਕੋਲ ਕਿੱਥੇ ਆ ਗਏ? 3 ਮਹੀਨਿਆਂ ਦੇ ਵਿੱਚ ਡੈਫੀਨੇਟਲੀ ਇੱਕ ਸਾਈਡ ਓਏ ਸੁਣ ਤਾਂ ਲਓ ਯਾਰ। ਸਰ 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਹਦੀ ਮੈਨੂਫੈਕਚਰਿੰਗ ਸ਼ੁਰੂ ਨਹੀਂ ਨਾ ਹੋਈ। ਸਰ ਆਏ ਨੇ ਇੰਟਰਨੈਸ਼ਨਲ ਬਾਰਡਰਸ ਤੋਂ, ਸਰ ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਸੈਂਟਰਲ ਗਵਰਨਮੈਂਟ ਦੀ। ਮੇਰੇ ਬਹੁਤ ਹੀ ਸਤਿਕਾਰਯੋਗ ਸਾਰੇ ਆਪੋਜੀਸ਼ਨ ਦੇ ਸਾਥੀ ਗੱਲ ਕਰ ਰਹੇ ਸੀਗੇ ਲਾਅ ਐਂਡ ਆਰਡਰ ਦੀ। ਸਰ ਇਹਦੇ 'ਚ ਕੋਈ ਸ਼ੱਕ ਨਹੀਂ, ਮੈਂ ਬਾਜਵਾ ਸਾਹਿਬ ਦੀ ਗੱਲ ਨਾਲ 100% ਸਹਿਮਤ ਹਾਂ ਕਿ ਜੇ ਜਾਨ ਹੈ ਤਾਂ ਜਹਾਨ ਹੈ। ਲਾਅ ਐਂਡ ਆਰਡਰ ਬਹੁਤ ਇੰਪੋਰਟੈਂਟ ਇਸ਼ੂ ਹੈ ਤੇ ਉਹਦੇ ਉੱਪਰ ਡਿਸਕਸ਼ਨ ਹੈ ਜਿਹੜੀ ਉਹ ਹੋਣੀ ਚਾਹੀਦੀ ਹੈ। ਪਰ ਸਰ ਮੈਂ ਇਹਦੇ 'ਚ ਮੈਂ ਕੋਈ ਇਹ ਨਹੀਂ ਕਹਿੰਦਾ ਹੈਗਾ ਕਿ ਤੁਹਾਡਾ ਜਿਹੜਾ ਸਵਾਲ ਹੈ ਜਾਂ ਤੁਹਾਡਾ ਕੰਸਰਨ ਹੈ ਉਹ ਗਲਤ ਹੈ, ਪਰ ਸਰ ਇਹਨੂੰ ਇੱਕ ਵਾਈਡਰ ਪਰਸਪੈਕਟਿਵ ਦੇ ਵਿੱਚ ਦੇਖਣ ਦੀ ਅੱਜ ਲਾਅ ਐਂਡ ਆਰਡਰ ਨੂੰ ਲੋੜ ਹੈ। ਪਿਛਲੇ ਦਿਨਾਂ ਦੇ ਵਿੱਚ ਮੈਂ ਜੋ ਦੁਨੀਆ ਦੇ ਵਿੱਚ ਜਿਨ੍ਹਾਂ ਦੀ ਬਹੁਤ ਪਪੂਲੈਰਿਟੀ, ਸਿੱਧੂ ਮੂਸੇਵਾਲਾ, ਉਹਨਾਂ ਦਾ ਬੜਾ ਦਰਦਨਾਕ ਕਤਲ ਹੋਇਆ। ਉਸ ਤੋਂ ਬਾਅਦ ਇੱਕ ਵੈਸੇ ਵੀ ਮਾਹੌਲ ਹੈ ਜਿਹੜਾ ਉਹ ਲਾਅ ਐਂਡ ਆਰਡਰ ਦੇ ਉੱਪਰ ਕਾਫੀ ਰੇਜ਼ ਕੀਤਾ ਗਿਆ। ਪਰ ਮੈਂ ਸਰ ਇਹ ਕਹਿਣਾ ਚਾਹੁੰਦਾ, ਇਹ ਪੁੱਛਣਾ ਚਾਹੁੰਦਾ ਅੱਜ ਤੁਹਾਡੇ ਜ਼ਰੀਏ ਆਪੋਜੀਸ਼ਨ ਨੂੰ ਸਾਰੇ ਨੂੰ ਔਰ ਪੂਰੇ ਪੰਜਾਬ ਨੂੰ ਕਿ ਕੀ ਸਰ ਇਹ ਜੋ ਅੱਜ ਲਾਅ ਐਂਡ ਆਰਡਰ ਦੀ ਮੇਰੇ ਸਤਿਕਾਰਯੋਗ ਵੀਰ ਗੱਲ ਕਰਦੇ ਨੇ ਕਿ ਇਹ 3 ਮਹੀਨਿਆਂ ਦੇ ਭਗਵੰਤ ਮਾਨ ਜੀ ਦੀ ਸਰਕਾਰ ਦੀ ਦੇਣ ਹੈ? ਸਰ ਇਹ ਉਹ ਕੰਡੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਵਿਜੇ ਹੋਏ ਨੇ, ਅਸੀਂ ਤਾਂ ਸਿਰਫ ਔਰ ਸਿਰਫ ਉਹਨਾਂ ਨੂੰ ਚੁਗਣ ਲੱਗੇ ਹੋਏ ਆ। ਸਰ ਮੇਰੇ ਤੋਂ ਇੱਕ ਮਿੰਟ ਰਾਜਾ ਜੀ, ਐ ਨਾ ਕਰੋ, ਇੱਕ ਬੋਲ ਲੈਣ ਦੋ ਬੋਲੋ ਆਪਾਂ। ਹਾਂਜੀ ਬੋਲੋ। ਰਾਜਾ ਵੜਿੰਗ। बहुत ही सत्कारयोग स्पीकर साहब, मेरे साथी, मेरे कोलीग ने चिंता जाहिर की लॉ एंड ऑर्डर की, ਤੇ ਅਸੀਂ ਵੀ ਤੁਹਾਡੇ ਤੋਂ ਇਹ ਮੰਗ ਕਰ ਰਹੇ ਸੀ ਕਿ ਗਵਰਨਰ ਐਡਰੈਸ ਦੇ ਵਿੱਚ तमाम ਚੀਜ਼ਾਂ ਅਸੀਂ ਦੱਸ ਨਹੀਂ ਸਕਾਂਗੇ ਲਾਅ ਐਂਡ ਆਰਡਰ ਤੇ ਕੀ ਹੋਇਆ। ਪਰ ਜਿਸ ਪ੍ਰਕਾਰ ਇਹਨਾਂ ਨੇ ਹੁਣ ਗੱਲ ਸ਼ੁਰੂ ਕਰ ਲਈ, ਇਹਨਾਂ ਨੇ ਕਿਹਾ ਕਿ ਮੇਰੇ ਆਪੋਜੀਸ਼ਨ ਦੇ ਸਾਥੀ ਦੱਸਣ ਜਿਹੜੇ ਚਰਚਿਤ ਮਰਡਰ ਦੀ ਇਹ ਗੱਲ ਕਰ ਰਹੇ ਨੇ, ਸਾਡੀ ਸਰਕਾਰ ਨੇ ਉਹਨੂੰ 10 ਸਿਕਿਉਰਿਟੀ ਗਾਰਡਸ ਦਿੱਤੇ ਗਏ ਸੀ। ਉਸ ਬੰਦੇ ਨੂੰ
ਆਈਬੀ ਤੋਂ 1 ਸਾਲ ਪਹਿਲਾਂ ਇੱਥੇ ਇਨਫੋਰਮੇਸ਼ਨ ਆਈ ਕਿ ਉਸ ਬੰਦੇ ਨੂੰ ਹਾਈਐਸਟ ਥ੍ਰੈਟ ਹੈਗਾ, ਉਸ ਬੰਦੇ ਦੀ ਜਾਨ ਨੂੰ ਖਤਰਾ ਹੈ। ਫਿਰ 1 ਮਹੀਨਾ ਪਹਿਲਾਂ ਇੱਕ ਸ਼ਾਹਰੁਖ ਖਾਨ ਦਾ ਵਿਅਕਤੀ ਜਿਹੜਾ ਦਿੱਲੀ ਕ੍ਰਾਈਮ ਨੇ ਪੁਲਿਸ ਵਾਲਿਆਂ ਨੇ ਫੜਿਆ, ਉਹਨਾਂ ਨੇ ਇਤਲਾਹ ਦਿੱਤੀ ਮੌਜੂਦਾ ਡੀਜੀਪੀ ਨੂੰ ਕਿ ਇਸ ਬੰਦਾ ਰੈਕੀ ਕਰਕੇ ਆਇਆ, ਇਸ ਬੰਦੇ ਨੇ ਸਿੱਧੂ ਮੂਸੇਵਾਲੇ ਨੂੰ ਮਾਰਨਾ ਹੈ। ਪਰ ਇਹ ਕਹਿੰਦਾ ਮੈਂ ਇਸ ਕਰਕੇ ਵਾਪਸ ਆ ਗਿਆ ਕਿਉਂਕਿ ਉਹਦੇ ਕੋਲੇ ਹਥਿਆਰਬੰਦ ਬਾਡੀਗਾਰਡ ਸਨ ਜਿਨ੍ਹਾਂ ਕੋਲੇ AK-47 ਸਨ। ਤੁਸੀਂ ਉਹ 10 ਚੋਂ 6 ਉਡਾਤੇ, 4 ਰੱਖੇ, 4 ਚੋਂ ਬਿਨਾਂ ਦੇਖੇ ਤੁਸੀਂ 2 ਉਡਾਤੇ ਔਰ ਉਡਾ ਕੇ ਜਿਹੜਾ ਕਿ ਸੀਕ੍ਰੇਟ ਡਾਕੂਮੈਂਟ ਹੈ ਤੁਸੀਂ ਆਪਦੀ ਫੇਸਬੁੱਕ ਤੇ ਪਾਤਾ ਕਿ ਅੱਜ ਅਸੀਂ ਮੂਸੇਵਾਲੇ ਦੀ ਸਿਕਿਉਰਿਟੀ ਵਾਪਸ ਲੈ ਲਈ ਹੈ ਔਰ ਸ਼ਾਮ ਨੂੰ ਮੂਸੇਵਾਲਾ ਸਾਹਿਬ ਦਾ ਕਤਲ ਹੋ ਜਾਂਦਾ ਹੈ ਔਰ ਫਿਰ ਤੁਸੀਂ ਕਦੇ ਕਹਿੰਦੇ ਹੋ ਵੀ ਭਾਈ ਇਹ ਤਾਂ ਬੋਡੀ ਉਹ ਲੈ ਜਾਂਦੇ। ਇਹ ਸਰਾਸਰ ਉਹ ਤੁਸੀਂ ਇੱਕ ਜਿਹੜੀ ਲੜਕੀ ਨੂੰ, ਹਾਲਾਂਕਿ ਫੇਸਬੁੱਕ ਤੇ ਕਿਹਨੇ ਪਾਇਆ, ਕਿਉਂ ਪਾਇਆ, ਇਹ ਤੁਹਾਨੂੰ ਪਤਾ ਹੈ ਸਰਕਾਰ ਨੂੰ, ਉਸ ਲੜਕੀ ਨੂੰ ਡਿਪਾਰਟਮੈਂਟ ਦੀ ਨੂੰ ਤੁਸੀਂ ਉਹਨੂੰ ਕਹਿਦਾ ਵੀ ਇਹ ਤਾਂ ਇਹਦੀ ਗਲਤੀ ਹੋ ਗਈ। ਸੋ ਇਹ ਸਰਾਸਰ ਸਿੱਧੂ ਮੂਸੇਵਾਲੇ ਦਾ ਕਤਲ ਬਚ ਸਕਦਾ ਸੀ ਅਗਰ ਸਰਕਾਰ ਚਾਹੁੰਦੀ। ਔਰ ਕਾਂਗਰਸ ਪਾਰਟੀ ਦੇ ਰਾਜ ਦੇ ਵਿੱਚ ਇਸ ਤਰ੍ਹਾਂ ਦਾ ਕੋਈ ਹੱਲਾ ਨਹੀਂ ਹੋਇਆ। 90 ਦਿਨਾਂ ਚ 70 ਜਾਨਾਂ ਜਾ ਚੁੱਕੀਆਂ ਜਨਾਬ। ਇਸੇ ਕਰਕੇ ਤੁਹਾਨੂੰ ਅਸੀਂ ਕਹਿੰਦੇ ਹਾਂ ਕਿ ਕਿਰਪਾ ਕਰਕੇ ਸਾਨੂੰ ਲਾਅ ਐਂਡ ਆਰਡਰ ਤੇ 1 ਘੰਟਾ ਕਮ ਸੇ ਕਮ, ਦੁੱਧ ਦਾ ਦੁੱਧ, ਪਾਣੀ ਦਾ ਪਾਣੀ। ਪੰਜਾਬ ਦੀ ਜਨਤਾ ਸਾਨੂੰ ਲਾਈਵ ਦੇਖ ਰਹੀ ਹੈ। ਇੱਕ ਦੂਜੇ ਤੇ ਠੀਕ ਹੈ ਖਹਿਰਾ ਸਾਹਿਬ ਨੇ, ਅਸੀਂ ਅੱਜ 18 ਰਹਿ ਗਏ, ਸਾਡੀਆਂ ਗਲਤੀਆਂ ਸਨ ਬੜੀਆਂ ਹੋਣੀਆਂ, ਲੇਕਿਨ ਲਾਅ ਐਂਡ ਆਰਡਰ ਤੇ ਅਸੀਂ ਤਕੜੇ ਹੋ ਕੇ, ਭਾਵੇਂ 5 ਸਾਲ ਦੀ ਮਗਰਲੀ ਸਰਕਾਰ ਸੀ, ਇਸ ਤਰ੍ਹਾਂ ਦੇ ਦਿਨ ਨਹੀਂ ਵੇਖਣੇ ਪਏ ਜਿੱਥੇ ਮੁੱਖ ਮੰਤਰੀ ਸਾਹਿਬ ਨੂੰ, ਉਪ ਮੁੱਖ ਮੰਤਰੀ ਨੂੰ, MP ਮੈਂਬਰ ਆਫ ਪਾਰਲੀਮੈਂਟ ਨੇ ਪਰਚਾ ਦਰਜ ਕਰਾਇਆ। ਸਰਪੰਚਾਂ ਨੂੰ, ਅਸੀਂ ਛੱਡ ਦਿਓ ਸਿਆਸਤਦਾਨਾਂ ਦੀ ਗੱਲ, ਸਰਪੰਚਾਂ ਨੂੰ, ਆਮ ਲੋਕਾਂ ਨੂੰ। ਔਰ ਮੇਰਾ ਆੜਤੀਆ ਇੱਕ ਸਾਡਾ ਮੁਕਤਸਰ ਦੇ ਵਿੱਚ, ਪਰਸੋਂ ਉਹਨੂੰ ਕਾਲ ਆਈ, ਉਹਨੇ 10 ਲੱਖ ਰੁਪਇਆ ਦੇ ਦਿੱਤਾ ਹੈ, ਦੇ ਦਿੱਤਾ। ਐਸੇ ਹਜ਼ਾਰਾਂ ਲੋਕ ਜਿਹੜੇ ਵਿਚਾਰੇ, ਅਸੀਂ ਉਹ ਗੱਲ ਕਰਨੀ ਚਾਹੁੰਦੇ ਹਾਂ। ਸੋ ਮੇਰੀ ਬੇਨਤੀ ਹੈ, ਅਗਰ ਤੁਸੀਂ ਉਸ ਦਿਨ ਵੀ ਕਿਹਾ ਕਿ ਗੈਂਗਸਟਰ ਕਾਂਗਰਸ ਦੀ ਦੇਣ ਹੈ, ਕਾਂਗਰਸ ਦੀ ਦੇਣ ਹੈ, ਹੁਣ ਤੁਸੀਂ ਆਪਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ। ਤੁਸੀਂ ਕਹੋ ਕਿ ਜੇ ਕਾਂਗਰਸ ਦੀ ਦੇਣਾ ਮਾਰੇ ਪਏ ਸਾਰੇ ਦੇ ਸਾਰੇ, ਇੱਕ ਵੀ ਕਤਲ ਨਹੀਂ ਹੋਣ ਦਿਆਂਗੇ, ਇਹ ਤੁਹਾਡੀ ਜ਼ਿੰਮੇਵਾਰੀ ਹੈ। ਨਾਟ ਆਫਟਰ 3 months ਯੂ ਆਰ ਸੇਇੰਗ ਕਿ ਦਿਸ ਇਜ਼ ਜਸਟ ਬਿਕਾਜ਼ ਆਫ ਦ ਕਾਂਗਰਸ ਪਾਰਟੀ। ਠੀਕ ਹੈ ਅਮਨ ਜੀ, ਅਮਨ ਜੀ, ਸਰ ਮੈਂ ਇੱਕ ਮਿੰਟ ਮਾਨਯੋਗ ਮੈਂਬਰ ਸਾਹਿਬਾਨ ਨੂੰ ਸ਼ਾਂਤੀ ਬਣਾ ਕੇ ਰੱਖਣੀ, ਸੀਰੀਅਸ ਡਿਬੇਟ ਹੈ। ਅਮਨ ਜੀ ਸਰ ਇਸ ਤਰ੍ਹਾਂ ਹੈ ਕਿ ਮੈਂ ਮੇਰੇ ਵੀਰ ਰਾਜਾ ਵੜਿੰਗ ਜੀ ਦੀ ਗੱਲ ਦੇ ਨਾਲ ਮੈਂ ਸਹਿਮਤ ਹਾਂ। ਮੈਂ ਇਹ ਬਿਲਕੁਲ ਨਹੀਂ, ਨਾ ਮੈਂ ਨਾ ਸਾਡੀ ਸਰਕਾਰ ਆ ਆਪਦੀ ਜ਼ਿੰਮੇਵਾਰੀ ਤੋਂ ਨਾ ਕਦੇ ਪਿੱਠ ਦਿਖਾ ਕੇ ਭੱਜੀ ਹੈ ਤੇ ਨਾ ਕਦੇ ਭੱਜੂਗੀ। ਪਰ ਸਰ ਮੈਂ ਇਹਦੇ ਜੈਨੇਸਿਸ ਦੇ ਵਿੱਚ ਮੈਂ ਇਹਦਾ ਗਰਭ ਕਿੱਥੇ, ਇਹ ਹਾਲਾਤ ਅੱਜ ਠੀਕ ਹੈ ਕਿ ਛੋਟੇ ਵੀਰ ਮੂਸੇਵਾਲੇ ਦਾ ਕਤਲ ਹੋਇਆ, ਇਹੋ ਜਿਹਾ ਕਿਸੇ ਮਾਂ ਪਿਓ ਦੇ ਬੱਚੇ ਨਾਲ ਨਾ ਹੋਵੇ। ਪਰ ਸਰ ਮੈਂ ਇਹਦੇ ਬੈਕਗਰਾਊਂਡ ਦੇ ਵਿੱਚ ਜਾਣਾ ਚਾਹੁੰਦਾ ਕਿ ਇਹ ਹਾਲਾਤ ਪੰਜਾਬ ਦੇ ਵਿੱਚ ਬਣੇ ਕਿਉਂ। ਸਰ ਅੱਜ ਤੋਂ 1.5 ਮਹੀਨੇ ਪਹਿਲਾਂ ਸਰ ਮੋਹਾਲੀ ਇੰਟੈਲੀਜੈਂਸ ਹੈੱਡਕੁਆਰਟਰਸ ਤੇ ਅਟੈਕ ਹੋਇਆ RPG ਦੇ ਨਾਲ। ਸਰ RPG ਰॉकेट ਲਾਂਚਰ ਹੈ ਔਰ ਸਿੱਧੂ ਮੂਸੇਵਾਲਾ ਦਾ ਕਤਲ ਜੋ ਹੈ, ਉਹ ਜੋ ਰਿਪੋਰਟਾਂ ਮੈਂ ਪੜ੍ਹੀਆਂ ਪੇਪਰ ਦੇ ਵਿੱਚ, ਉਹ ਕਹਿੰਦੇ AN-94 ਦੇ ਨਾਲ ਹੈ, ਜਿਹੜੀ ਕਿ ਰਸ਼ੀਅਨ ਅਸੌਲਟ ਰਾਈਫਲ ਹੈ, ਜਿਹੜੀ ਕਿ ਸਿਰਫ ਰਸ਼ੀਆ ਦੀ ਆਰਮੀ ਕੋਲੇ ਹੈ। ਸਰ ਮੈਂ ਪੁੱਛਣਾ ਚਾਹੁੰਦਾ ਕਿ ਔਰ ਸਰ RPG ਰॉकेट ਲਾਂਚਰ ਔਰ AN-94 ਨਾ ਸਰ ਅੱਤਵਾਦ ਦੇ ਪੀਕ ਦੇ ਦਿਨਾਂ ਦੇ ਵਿੱਚ ਵੀ ਅੱਤਵਾਦੀਆਂ ਕੋਲ ਨਹੀਂ ਸੀਗੇ। ਸਰ ਇਹ ਅੱਜ ਇਹਨਾਂ ਗੈਂਗਸਟਰਸ ਕੋਲ ਕਿੱਥੇ ਆ ਗਏ? 3 ਮਹੀਨਿਆਂ ਦੇ ਵਿੱਚ ਡੈਫੀਨੇਟਲੀ, ਇੱਕ ਸੈਕਿੰਡ ਓਏ ਸੁਣ ਤਾਂ ਲਓ ਯਾਰ ਸਰ, 3 ਮਹੀਨਿਆਂ ਦੇ ਵਿੱਚ ਪੰਜਾਬ ਦੇ ਵਿੱਚ ਤਾਂ ਉਹਦੀ ਮੈਨੂਫੈਕਚਰਿੰਗ ਸ਼ੁਰੂ ਨਹੀਂ ਨਾ ਹੋਈ। ਸਰ ਆਏ ਨੇ ਇੰਟਰਨੈਸ਼ਨਲ ਬਾਰਡਰਸ ਤੋਂ, ਸਰ ਉਹਦੀ ਜ਼ਿੰਮੇਵਾਰੀ ਕਿਹਦੀ ਹੈ? ਸੈਂਟਰਲ ਗਵਰਨਮੈਂਟ ਦੀ ਜ਼ਿੰਮੇਵਾਰੀ ਹੈ। ਔਰ ਅਗਲੀ ਗੱਲ ਹੁਣ ਅੱਜ 1 ਮਿੰਟ ਯਾਰ ਸੁਣ ਤਾਂ ਲਓ ਨਾ, ਸੁਣ ਤਾਂ ਲਓ ਮਾਨਯੋਗ ਮੈਂਬਰ ਸਾਹਿਬਾਨ ਨੂੰ ਬੇਨਤੀ ਕਰਦਾ ਕਿ ਚੇਅਰ ਨੂੰ ਐਡਰੈਸ ਕੀਤਾ ਜਾਵੇ ਸਰ, ਜਿਹੜੀ ਗੱਲ ਔਰ ਡਿਬੇਟ ਚੱਲਣ ਦਿੱਤਾ ਜਾਵੇ। ਜਿਹੜੇ ਮੈਂ ਚਲੋ ਵਾਟਐਵਰ, ਤੁਸੀਂ ਸੁਣ ਤਾਂ ਲਓ 2 ਮਿੰਟ, ਸ਼ਾਂਤੀ ਰੱਖੋ, ਨਾ ਕਰੋ। ਸਰ ਬੇਨਤੀ ਇਹ ਨਹੀਂ ਹੈ ਸਰ, ਮੈਂ ਥੋੜਾ ਜਿਹਾ ਇਹ ਹੋਇਆ ਬਹੁਤ ਮੰਦਭਾਗਾ ਹੋਇਆ ਸਰ, ਮੈਂ ਇਹਦੇ ਬੈਕਗਰਾਊਂਡ ਤੇ ਜਾਣਾ ਚਾਹੂੰਗਾ। ਸਰ ਲਾਅ ਐਂਡ ਆਰਡਰ ਦੀ ਗੱਲ ਕੀਤੀ ਗਈ ਹੈ। ਸਰ ਮੈਂ ਦੱਸਣਾ ਚਾਹੁੰਦਾ ਕਿ ਹੁਣ ਇੱਕ ਵੀ ਕ੍ਰਾਈਮ ਹੁੰਦਾ ਤੇ ਉਹ ਗਲਤ ਹੈ, ਅਸੀਂ ਜ਼ਿੰਮੇਵਾਰੀ ਓੜਦੇ ਹਾਂ ਉਸਦੀ। ਪਰ ਸਰ ਇਹਨਾਂ 3 ਮਹੀਨਿਆਂ ਦੇ ਵਿੱਚ ਜੋ ਐਵਰੇਜ ਆਈ ਹੈ 2022 ਦੇ ਵਿੱਚ, ਉਹ ਪੰਜਾਬ ਦੇ ਵਿੱਚ 50 ਮਰਡਰਸ ਦੀ ਆਈ ਹੈ। 2021 ਦੇ ਵਿੱਚ 60 ਦੀ ਸੀਗੀ, 2022 ਦੇ ਵਿੱਚ ਉਹ 65 ਦੀ ਸੀਗੀ। ਇਹ ਸਰ ਮੈਂ ਨਹੀਂ ਬੋਲ ਰਿਹਾ ਹੈਗਾ, ਇਹ NCB, ਇੱਕ ਸੈਕਿੰਡ,
ਇਹ NCRB ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੇ ਫਿਗਰਸ ਨੇ, ਮੈਂ ਉਹ ਲੈ ਕੇ ਆਇਆ ਡਾਟਾ। ਜੇ ਇਹ ਗਲਤ ਹੋਣ ਤਾਂ ਚੈਲੰਜ ਕਰ ਸਕਦੇ ਨੇ। 2022 ਦੇ ਵਿੱਚ ਕਿੰਨੀ ਜੀ ਸਰ ਜੋ ਐਵਰੇਜ ਆਈ ਹੈ ਉਹ 158 ਦੀ ਹੈ 3 ਮਹੀਨਿਆਂ ਦੇ ਵਿੱਚ, 3.5 ਮਹੀਨਿਆਂ ਚ 50 ਦੀ ਆਈ ਹੈ। ਇਸ ਤੋਂ ਪਹਿਲਾਂ 60 ਔਰ 65 ਰਹੇ ਨੇ। ਸਰ NCRB ਦਾ ਰਿਕਾਰਡ ਬੋਲ ਰਿਹਾ ਹੈ, ਇੱਕ ਸੈਕਿੰਡ ਸਰ, 2013 ਦੇ ਵਿੱਚ ਹੋਰ ਬੈਕਗ੍ਰਾਉਂਡ ਦੇ ਵਿੱਚ ਚਲੇ ਜਾਈਏ ਸਰ, ਟੋਟਲ ਮਰਡਰਸ 2013 ਦੇ ਵਿੱਚ ਪੰਜਾਬ ਦੇ ਵਿੱਚ 711 ਹੋਏ ਸੀਗੇ। ਜਿਹੜੀ ਪਰਸੈਂਟੇਜ ਟੂ ਟੋਟਲ IPC ਕ੍ਰਾਈਮਸ ਹੈ ਉਹ 28.12 ਸੀਗੀ, 7th ਹਾਈਐਸਟ ਇਨ ਦ ਕੰਟਰੀ। 2013 ਦੇ ਵਿੱਚ ਅਕਾਲੀ ਦਲ ਭਾਜਪਾ ਦੀ ਸਰਕਾਰ ਸੀਗੀ। ਸਰ NCRB ਦਾ ਰਿਕਾਰਡ ਕਹਿੰਦਾ ਕਿ ਟੋਟਲ ਕ੍ਰਾਈਮ ਹੈ ਜਿਹੜਾ 2016 ਦੇ ਵਿੱਚ 57,739 ਸੀਗਾ, ਜਿਹੜਾ ਕਿ ਵੱਧ ਕੇ 2020 ਦੇ ਵਿੱਚ 82,875 ਹੋ ਗਿਆ। ਸਰ 4 ਸਾਲਾਂ ਦੇ ਵਿੱਚ 43.5% ਜਿਹੜਾ ਵੱਧ ਗਿਆ 5 ਸਾਲਾਂ ਦੇ ਵਿੱਚ। ਸਰ 2020 ਦੇ ਵਿੱਚ ਪੰਜਾਬ ਦੇ ਵਿੱਚ NDPC ਐਕਟ ਦੇ ਜਿਹੜੇ ਕੇਸਿਸ ਨੇ, ਕ੍ਰਾਈਮਸ ਨੇ, ਸਰ ਪੰਜਾਬ ਉਹਦੇ ਵਿੱਚ ਟੌਪ ਕਰ ਰਿਹਾ ਸੀਗਾ ਕਾਂਗਰਸ ਸਰਕਾਰ ਵੇਲੇ। ਸਰ ਹੁਣ ਆਪਾਂ ਆ ਜਾਈਏ ਮਰਡਰਸ, ਇਹ ਜਿਹੜਾ ਹੈ ਕ੍ਰਾਈਮ ਰਿਕਾਰਡ ਹੈ। ਸਰ ਇੱਕ ਸੈਕਿੰਡ ਸੁਣ ਤਾਂ ਲਓ ਯਾਰ। ਸਰ ਹੁਣ ਆਪਾਂ ਆ ਜਾਈਏ ਮਰਡਰਸ ਦੇ ਉੱਪਰ। ਕੱਲੇ ਲੁਧਿਆਣੇ ਦੀ ਜੇ ਗੱਲ ਕਰ ਲਈਏ ਸਰ, 2010 ਦੇ ਵਿੱਚ 90 ਮਰਡਰ ਹੋਏ, 2011 ਚ 76 ਹੋਏ, 12 ਦੇ ਵਿੱਚ ਕੱਲੇ ਲੁਧਿਆਣੇ ਦੇ ਵਿੱਚ ਸਰ 79 ਹੋਏ, 2014 ਚ 73 ਹੋਏ, 2015 ਚ ਫਿਰ 73 ਹੋਏ, 2016 ਚ 64 ਹੋਏ, 2017 ਚ 59 ਹੋਏ, 2018 ਦੇ ਵਿੱਚ 53 ਮਰਡਰਸ ਹੋਏ, 2019 ਦੇ ਵਿੱਚ 56 ਮਰਡਰ ਹੋਏ। ਸਰ ਜਿਹੜਾ ਸਿਟੀ ਵਾਈਜ਼ ਸ਼ੇਅਰ ਸੀ ਨਾ ਜੀ, ਉਹ 5% ਸੀਗਾ, ਜਿਹੜਾ ਕਿ 4th ਹਾਈਐਸਟ ਸੀਗਾ ਫਰੀਦਾਬਾਦ, ਆਗਰਾ ਤੇ ਆਸਨਸੋਲ ਤੋਂ ਬਾਅਦ ਲੁਧਿਆਣਾ ਦੇ ਵਿੱਚ। ਇਹ ਇਹਨਾਂ ਦੀ ਸਰਕਾਰ ਵੇਲੇ ਦਾ ਮੈਂ ਰਿਕਾਰਡ ਹੈ ਜਿਹੜਾ ਤੁਹਾਨੂੰ ਉਹ ਦੱਸ ਰਿਹਾ। ਸਰ 2010 ਤੋਂ 2021 ਤੱਕ ਜਿਹੜੇ ਤੁਹਾਨੂੰ ਮੈਂ ਫਿਗਰਸ ਦਿੱਤੇ 656 ਮਰਡਰਸ ਨੇ ਜਿਹੜੇ ਉਹ ਕੱਲੇ ਲੁਧਿਆਣੇ ਦੇ ਵਿੱਚ ਹੋਏ। ਇਸੇ ਤਰੀਕੇ ਦੇ ਨਾਲ ਸਰ ਜਿਹੜੇ 2015 ਤੋਂ 2021 ਤੱਕ ਦੇ ਜਿਹੜੇ, ਸਰ ਇੱਕ ਮਿੰਟ ਸੰਦੀਪ ਜਾਖੜ ਅਮਨ ਜੀ, ਸਪੀਕਰ ਸਾਹਿਬ, ਹੁਣੇ ਅਮਨ ਜੀ ਨੇ NCRB ਦੇ ਆંકੜੇ ਦਿੱਤੇ ਐਂਡ ਉਹਨਾਂ ਨੇ ਕਿਹਾ ਵੀ ਸੈਂਟਰਲ ਏਜੰਸੀ ਹੈ ਤੇ ਸੈਂਟਰ ਦੇ ਆંકੜੇ ਹੈ, ਤੇ ਜਦੋਂ ਸੈਂਟਰ ਦੇ ਆંકੜੇ ਪੰਜਾਬ ਦੇ ਸਕੂਲ ਨੂੰ ਕਹਿੰਦੇ ਵੀ ਸਭ ਤੋਂ ਨੰਬਰ 1 ਸਕੂਲ ਹੈ, ਉਸ ਟਾਈਮ ਉਹ ਆંકੜੇ ਗਲਤ ਹੈ। ਤੇ ਜਦੋਂ NCRB ਦੇ ਆંકੜੇ ਕਹਿੰਦੇ ਕਿ ਕ੍ਰਾਈਮ ਪਹਿਲੇ ਸੀਗਾ। ਥੈਂਕ ਯੂ ਅਮਨ ਅਰੋੜਾ ਜੀ। ਸਰ ਇਸ ਤਰ੍ਹਾਂ ਹੈ, ਮੈਂ ਦੱਸ ਦਿੰਦਾ, ਮੈਂ ਦੱਸ ਦਿੰਦਾ ਸਰ, ਇਹਦੇ ਫਰਕ ਇੰਨਾ ਕੁ ਹੈ ਕਿ ਜਿਹੜੇ ਐਜੂਕੇਸ਼ਨ ਵਾਲੇ ਆંકੜੇ ਦੱਸਦੇ ਨੇ ਉਹਦੇ 'ਚ ਉਹਨਾਂ ਦੀ ਜੋ ਰਿਪੋਰਟ ਹੈ ਉਹ ਇੰਡੀਕੇਟਿਵ ਹੋ ਸਕਦੀ ਹੈ। ਜਿਹੜੇ ਇਹ ਰਿਕਾਰਡ ਨੇ ਇਹ FIRs ਹੋਈਆਂ ਨੇ 302 ਦੀਆਂ, ਇਹ ਫਰਕ ਹੈ। ਠੀਕ ਹੈ, ਸੋ ਪਲੀਜ਼ ਟਰਾਈ ਟੂ ਅੰਡਰਸਟੈਂਡ। ਅਗਲੀ ਇੱਕ ਮਿੰਟ ਯਾਰ, ਸੁਣਦਾ CBSE ਦੀ ਰਿਪੋਰਟ ਸੁਣ ਲਓ ਡਿਬੇਟ ਨੂੰ ਚੱਲਣ ਦਿੱਤਾ ਜਾਵੇ। CBSE ਦੀ ਰਿਪੋਰਟ ਪੈਰਲਲ ਡਿਬੇਟ ਨਾ ਕਰੋ ਤੁਸੀਂ। CBSE ਦੀ ਰਿਪੋਰਟ ਇੰਡੀਕੇਟਿਵ ਵੀ ਹੋ ਸਕਦੀ ਹੈ ਤੇ ਫੈਬਰੀਕੇਟਡ ਵੀ ਹੋ ਸਕਦੀ ਹੈ। ਸਰ ਦੂਜੀ ਗੱਲ ਇਹ ਹੈ ਸਰ, ਹੁਣ ਆਈਏ ਆਪਾਂ, ਮੇਰੇ ਬਹੁਤ ਹੀ ਸਤਿਕਾਰਯੋਗ ਵੱਡੇ ਵੀਰ ਰੰਧਾਵਾ ਸਾਹਿਬ ਗੱਲ ਕਰ ਰਹੇ ਸੀਗੇ ਕਿ ਇਹ ਵੀ ਹੋਮ ਮਿਨਿਸਟਰ ਵੀ ਰਹੇ ਨੇ ਔਰ ਡਿਪਟੀ CM ਵੀ ਰਹੇ ਨੇ। ਸਰ ਹੁਣ ਆ ਜਾਈਏ ਆਪਾਂ ਵੀ ਕ੍ਰਿਮੀਨਲਸ ਦੇ ਇੰਨੇ ਹੌਸਲੇ ਵਧੇ ਕਿਵੇਂ। ਸਰ ਮੈਂ ਕੁਝ ਕੁ ਅਨਰਿਜ਼ੋਲਵਡ ਕੇਸਿਸ ਨੇ ਜਿਹੜੇ 2015 ਤੋਂ 2021 ਦੇ ਵਿੱਚ ਮੈਂ ਔਨ ਦਾ ਫਲੋਰ ਆਫ ਦਾ ਹਾਊਸ ਮੈਂ ਰੱਖਣਾ ਚਾਹੂੰਗਾ। ਸਰ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਅਨਰਿਜ਼ੋਲਵਡ ਹੈ। RSS ਲੀਡਰ ਜਗਦੀਸ਼ ਗਗਨੇਜਾ ਜੀ ਦਾ ਮਰਡਰ ਹੋਇਆ, ਅਨਰਿਜ਼ੋਲਵਡ ਹੈ। ਜਿਹੜਾ ਸਰ ਇਹ ਤੁਹਾਨੂੰ ਪੁੱਛ ਰਹੇ ਸੀਗੇ ਸਰ, ਇਹ ਜਿਹੜਾ 1 ਮਿੰਟ ਤੁਹਾਨੂੰ ਸਵਾਲ ਕੀਤਾ ਸੀਗਾ ਕਿ ਸਬ ਜੁਡਿਸ ਕਿਵੇਂ ਹੈ, ਜਵਾਬ ਤੁਹਾਨੂੰ ਮੈਂ ਦੇ ਰਿਹਾ। ਅਨਰਿਜ਼ੋਲਵਡ ਨੇ ਤੇ ਸਬ ਜੁਡਿਸ ਨੇ। ਸੁਣੋ ਹੁਣ, ਬਰਗਾੜੀ ਕੇਸ, ਜਗਦੀਸ਼ ਗਗਨੇਜਾ ਜੀ ਦਾ ਮਰਡਰ। ਸਰ ਨਾਮਧਾਰੀ ਸੈਕਟ ਦੇ ਮਾਤਾ ਚੰਦ ਕੌਰ ਜੀ ਸੀਗੇ, 2016 ਦੇ ਵਿੱਚ ਮਰਡਰ ਹੋਇਆ, ਅਨਰਿਜ਼ੋਲਵਡ ਤੇ ਸਬ ਜੁਡਿਸ ਹੈ। ਸਰ ਇਸੇ ਤਰੀਕੇ ਦੇ ਨਾਲ ਮੌੜ ਬੰਬ ਬਲਾਸਟ ਹੋਇਆ 31/17 ਨੂੰ, 7 ਬੰਦੇ ਮਰੇ, ਹਜੇ ਤੱਕ ਅਨਰਿਜ਼ੋਲਵਡ ਹੈ ਤੇ ਸਬ ਜੁਡਿਸ ਹੈ। ਇਸੇ ਤਰੀਕੇ ਦੇ ਨਾਲ ਨਾਭਾ ਜੇਲ੍ਹ ਬ੍ਰੇਕ ਹੋਇਆ, ਹਜੇ ਤੱਕ ਸਬ ਜੁਡਿਸ ਹੈ, ਅਨਟ੍ਰੇਸਡ ਹੈ। ਇਸੇ ਤਰੀਕੇ ਨਾਲ ਡਰੱਗਸ ਕੇਸਿਸ ਨੇ, ਉਹ ਤਾਂ ਚਲੋ ਆਪਾਂ ਸਾਰਿਆਂ ਨੂੰ ਪਤਾ ਨੇ। ਵਿੱਕੀ ਮਿੱਡੂ ਖੇੜਾ, ਇੱਕ ਮਿੰਟ ਜੀ, ਵਿੱਕੀ ਮਿੱਡੂ ਖੇੜਾ ਦਾ ਮਰਡਰ ਹੋਇਆ 7 ਅਗਸਤ 2021 ਨੂੰ, ਹਜੇ ਤੱਕ ਅਨਰਿਜ਼ੋਲਵਡ ਹੈ,
ਅਨਰਿਜ਼ੋਲਵਡ ਹੈ ਤੇ ਸਬ ਜੁਡਿਸ ਹੈ।